My dear students of ninth class, today we are going to discuss the question answers of our main course lesson Plants Also Breathe and Feel. So, our first question is What was the event that surprised the world? ਉਹ ਕਿਹੜੀ ਘਟਨਾ ਸੀ ਜਿਸ ਨੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ? ਆਨਸਰ ਜੇ.ਸੀ. ਬੋਸ. ਜੇ.ਸੀ. ਮਤਲਬ ਜਗਦੀਸ਼ ਚੰਦਰ. Jagdish Chandra Bose had invented an instrument that could measure the growth of plants. He also proved that plants have hearts and can feel. He proved that plants can see, they can sense that a stranger is coming towards them. It was this discovery that surprised the world. ਜਗਦੀਸ਼ ਚੰਦਰ ਬੋਸ ਨੇ ਇੱਕ ਅਜਿਹੇ ਯੰਤਰ ਦੀ ਖੋਜ ਕੀਤੀ ਜਿਹੜਾ ਪੌਦਿਆਂ ਦੇ ਵਾਧੇ ਨੂੰ ਮਾਪ ਸਕਦਾ ਸੀ। ਉਸਨੇ ਇਹ ਵੀ ਸਿੱਧ ਕਰ ਦਿੱਤਾ ਕਿ ਪੌਦਿਆਂ ਦਾ ਦਿਲ ਵੀ ਹੁੰਦਾ ਹੈ ਅਤੇ ਉਹ ਮਹਿਸੂਸ ਕਰ ਸਕਦੇ ਹਨ। ਉਸਨੇ ਇਹ ਵੀ ਸਿੱਧ ਕੀਤਾ ਕਿ ਪੌਦੇ ਦੇਖ ਸਕਦੇ ਹਨ, ਉਹ ਭਾਂਪ ਸਕਦੇ ਮਤਲਬ ਮਹਿਸੂਸ ਕਰ ਸਕਦੇ ਹਨ ਕਿ ਕੋਈ ਅਜਨਬੀ ਉਹਨਾਂ ਵੱਲ ਆ ਰਿਹਾ ਹੈ। ਇਹੀ ਖੋਜ ਸੀ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਨੇਮ ਦਾ ਇੰਸਟਰੂਮੈਂਟ ਮੇਡ ਬਾਏ ਜਗਦੀਸ਼ ਚੰਦਰ ਬੋਸ। ਕਿਹੜਾ ਇੰਸਟਰੂਮੈਂਟ ਉਹਨਾਂ ਨੇ ਬਣਾਇਆ ਸੀ, ਕਿਹੜਾ ਯੰਤਰ ਬਣਾਇਆ ਸੀ? ਉਹਦਾ ਨਾਂ ਸੀ ਕ੍ਰੈਸਕੋਗ੍ਰਾਫ। ਇਹ ਉਸ ਯੰਤਰ ਦਾ ਨਾਂ ਸੀ ਜਿਹਦੇ ਨਾਲ ਉਹ ਪੌਦਿਆਂ ਦੇ ਵਾਧੇ ਨੂੰ ਮਾਪ ਸਕਦਾ ਸੀ। ਵਟ ਕੁਡ ਦਾ ਇੰਸਟਰੂਮੈਂਟ ਮੇਜਰ? ਇੰਸਟਰੂਮੈਂਟ ਕੀ ਮੇਜਰ ਕਰਦਾ ਸੀ? ਮੇਜਰ ਮਤਲਬ ਮਾਪਦਾ ਸੀ, ਕੀ ਮਾਪ ਸਕਦਾ ਸੀ? ਇਟ ਕੁਡ ਮੇਜਰ ਦਾ ਗਰੋਥ ਆਫ ਪਲਾਂਟਸ। ਉਹ ਪੌਦਿਆਂ ਦੇ ਵਾਧੇ ਨੂੰ ਮਾਪ ਸਕਦਾ ਸੀਗਾ। ਕਿਹੜਾ ਇੰਸਟਰੂਮੈਂਟ? ਕ੍ਰੈਸਕੋਗ੍ਰਾਫ। ਫੋਰਥ ਕੁਐਸਚਨ, ਵਟ ਵਾਜ਼ ਇੰਡੀਆ ਨੋਨ ਫਾਰ ਇਨ ਦਾ 19th ਸੈਂਚੁਰੀ? 19ਵੀਂ ਸ਼ਤਾਬਦੀ ਵਿੱਚ ਭਾਰਤ ਕਿਸ ਗੱਲ ਲਈ ਪ੍ਰਸਿੱਧ ਸੀ? ਕਿਉਂਕਿ ਭਾਰਤ ਨੂੰ ਬਹੁਤਾ ਆਧੁਨਿਕ ਦੇਸ਼ ਨਹੀਂ ਮੰਨਿਆ ਜਾਂਦਾ ਸੀ, ਯਾਨੀ ਅਗਾਂਹ ਵਧੂ ਨਹੀਂ ਮੰਨਿਆ ਜਾਂਦਾ ਸੀਗਾ। ਉਹਨੂੰ ਐਂ ਲੱਗਦਾ ਸੀਗਾ ਸਾਰੇ ਲੋਕਾਂ ਨੂੰ, ਸਾਰੇ ਸੰਸਾਰ ਦੇ ਲੋਕਾਂ ਨੂੰ ਵੀ ਭਾਰਤ ਜਿਹੜਾ ਆ ਕੁਦਰਤ ਦੇ, ਪ੍ਰਕਿਰਤੀ ਦੇ, ਰੱਬ ਦੇ, ਧਿਆਨ ਦੇ, ਯੋਗ ਦੇ ਜਾਂ ਲਿਟਰੇਚਰ ਦੇ, ਫਿਲੋਸਫੀ ਦੇ ਖੇਤਰ ਦੇ ਵਿੱਚ ਬਹੁਤ ਇਹਨਾਂ ਨੇ ਤਰੱਕੀ ਕੀਤੀ। ਉਹ ਭਾਰਤ ਨੂੰ ਇਸੇ ਚੀਜ਼ ਨਾਲ ਜੋੜਦੇ ਸੀ। ਇੰਡੀਆ ਵਾਜ਼ ਨੋਨ ਫਾਰ ਇਟਸ ਅਚੀਵਮੈਂਟ ਇਨ ਆਰਟਸ, ਲਿਟਰੇਚਰ ਐਂਡ ਫਿਲੋਸਫੀ। ਭਾਰਤ ਕਲਾ, ਸਾਹਿਤ, ਦਰਸ਼ਨ ਦੇ ਖੇਤਰ ਵਿੱਚ ਆਪਣੀਆਂ ਪ੍ਰਾਪਤੀਆਂ ਲਈ ਪ੍ਰਸਿੱਧ ਸੀ। ਵੇਅਰ ਡਿਡ ਬੋਸ ਗੋ ਫਾਰ ਹਾਇਰ ਸਟੱਡੀਜ਼? ਹਾਇਰ ਸਟੱਡੀਜ਼ ਉੱਚ ਵਿੱਦਿਆ, ਯਾਨੀ ਆਪਣੀ ਉਚੇਰੀ ਵਿੱਦਿਆ ਲਈ ਉਹ ਕਿੱਥੇ ਗਏ? ਹੀ ਵੈਂਟ ਟੂ ਇੰਗਲੈਂਡ। ਉਹਨਾਂ ਨੇ ਆਪਣੀ ਜਿਹੜੀ ਪੜ੍ਹਾਈ ਹੈ ਇੰਗਲੈਂਡ ਤੋਂ ਕੀਤੀ, ਯਾਨੀ ਪਹਿਲਾਂ ਇੱਥੇ ਪੜ੍ਹੇ, ਮੁੜ ਕੇ ਫਿਰ ਅੱਗੇ ਪੜ੍ਹਨ ਵਾਸਤੇ ਇੰਗਲੈਂਡ ਚਲੇ ਗਏ। ਵਟ ਡਿਡ ਹੀ ਹੈਵ ਟੂ ਸਟਰਗਲ ਫਾਰ? ਉਸ ਨੂੰ ਕਿਸ ਗੱਲ ਲਈ ਸੰਘਰਸ਼ ਕਰਨਾ ਪਿਆ ਸੀ? ਬੋਸ ਵਰਕਡ ਐਜ਼ ਏ ਪ੍ਰੋਫੈਸਰ ਆਫ ਫਿਜ਼ਿਕਸ ਇਨ ਕੋਲਕਾਤਾ, but he was given only half of what was paid to a European professor. Bose protested against it. In the end, he was given his dues. Dues ਦਾ ਬਕਾਇਆ, ਬਾਕੀ ਪੈਸੇ। ਉਹ ਕੋਲਕਾਤਾ ਵਿੱਚ ਭੌਤਿਕ ਵਿਗਿਆਨ ਦੇ ਇੱਕ ਪ੍ਰੋਫੈਸਰ ਦੇ ਰੂਪ ਵਿੱਚ ਕੰਮ ਕਰਦਾ ਸੀ, ਪਰ ਉਸ ਨੂੰ ਉਸ ਦੀ ਅੱਧੀ ਤਨਖਾਹ ਦਿੱਤੀ ਜਾਂਦੀ ਸੀ। ਅੱਧੀ ਤਨਖਾਹ ਕਿਹਦੀ ਦਿੱਤੀ ਜਾਂਦੀ ਸੀ? ਯਾਨੀ ਜਿੰਨੀ ਤਨਖਾਹ ਇੱਕ ਯੂਰੋਪੀਅਨ ਪ੍ਰੋਫੈਸਰ ਨੂੰ ਦਿੱਤੀ ਜਾਂਦੀ ਸੀ, ਅੰਗਰੇਜ਼ ਪ੍ਰੋਫੈਸਰ ਨੂੰ ਦਿੱਤੀ ਜਾਂਦੀ ਸੀ, ਭਾਰਤੀ ਪ੍ਰੋਫੈਸਰ ਨੂੰ ਉਹਦੇ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਸੀ ਅਤੇ ਬੋਸ ਨੂੰ ਜਿਹੜੀ ਆ ਅੱਧੀ ਤਨਖਾਹ ਦਿੱਤੀ ਜਾਂਦੀ ਸੀ। ਅਤੇ ਬੋਸ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਵਿਰੋਧ ਕਰਨ ਨਾਲ ਉਹਨੇ ਫਿਰ 3 ਸਾਲ ਜਿਹੜਾ ਆਪਣੀ ਤਨਖਾਹ ਨਹੀਂ ਲਈ ਅਤੇ ਆਖਰ ਜਿੱਤ ਉਹਦੀ ਹੋਈ ਅਤੇ ਉਹਨੂੰ ਸਾਰੇ ਪੈਸੇ ਮਿਲ ਗਏ। ਵਟ ਕੈਨ ਪਲਾਂਟਸ ਫੀਲ? ਪੌਦੇ ਕੀ ਅਨੁਭਵ ਕਰ ਸਕਦੇ ਹਨ? ਪਲਾਂਟਸ ਕੈਨ ਫੀਲ ਲਾਈਕ ਹਿਊਮਨ ਬੀਇੰਗ, ਦੇ ਕੈਨ ਫੀਲ ਟਾਇਰਡ, ਸੈਡ ਐਂਡ ਹੈਪੀ। ਪੌਦੇ ਮਨੁੱਖ ਦੀ ਤਰ੍ਹਾਂ ਅਨੁਭਵ ਕਰ ਸਕਦੇ ਹਨ। ਉਹ ਥਕਾਵਟ, ਉਦਾਸੀ ਅਤੇ ਪ੍ਰਸੰਨਤਾ ਅਨੁਭਵ ਕਰ ਸਕਦੇ ਹਨ। ਹਾਊ ਕੈਨ ਵਨ ਬੀ ਗਲੋਰੀਅਸ? ਵਿਅਕਤੀ ਕਿਸ ਤਰ੍ਹਾਂ ਯਸ਼ਸਵੀ ਹੁੰਦਾ? ਜਿਹੜਾ ਬਹੁਤ ਮਸ਼ਹੂਰ ਆ, ਜਿਹਨੂੰ ਸੰਸਾਰ ਦੇ ਵਿੱਚ ਬਹੁਤੇ ਲੋਕ ਜਿਹੜੇ ਮਾਨ ਸਨਮਾਨ ਦੀ ਨਿਗਾਹ ਨਾਲ ਦੇਖਦੇ ਆ। One can be glorious through one's noble actions and hard work. Glory comes through action and not idleness. ਵਿਅਕਤੀ ਆਪਣੇ ਚੰਗਾ ਕੰਮਾਂ ਅਤੇ ਕਠਿਨ ਮਿਹਨਤ ਨਾਲ ਯਸ਼ਸਵੀ ਬਣ ਸਕਦਾ ਹੈ। ਯਸ਼ ਕਰਨ ਯਾਨੀ ਯਸ਼ ਕੰਮ ਕਰਨ ਨਾਲ ਪ੍ਰਾਪਤ ਹੁੰਦਾ ਹੈ, ਨਿਕੰਮੇਪਨ ਨਾਲ। ਜੇ ਵਿਹਲੇ ਰਹਿ ਕੇ ਤੁਹਾਨੂੰ ਯਸ਼ ਨਹੀਂ ਮਿਲ ਸਕਦਾ, ਮਸ਼ਹੂਰੀ ਨਹੀਂ ਮਿਲ ਸਕਦੀ।
ਯੂਜ਼ਸ ਆਫ ਕ੍ਰੈਸਕੋਗ੍ਰਾਫ ਨੂੰ ਆਪਾਂ ਕਿਵੇਂ ਯੂਜ਼ ਕਰ ਸਕਦੇ ਹਾਂ? ਜਿਹੜਾ ਯੰਤਰ ਜਗਦੀਸ਼ ਚੰਦਰ ਬੋਸ ਨੇ ਬਣਾਇਆ ਸੀ ਉਹਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ? ਕ੍ਰੈਸਕੋਗ੍ਰਾਫ ਇਜ਼ ਅ ਵੰਡਰਫੁਲ ਇੰਸਟਰੂਮੈਂਟ। ਇਟ ਕੈਨ ਰਿਕਾਰਡ the growth of plants. It shows how plants react to such things as light, noise, and manure. It can show that plants feel like human beings. A crescograph can show that plants have a keen sight. Crescograph ਇੱਕ ਅਦਭੁਤ ਯੰਤਰ ਹੈ। ਉਹ ਪੌਦਿਆਂ ਦੇ ਵਾਧੇ ਨੂੰ ਮਾਪ ਸਕਦਾ ਹੈ। ਉਹ ਇਹ ਦਿਖਾਉਂਦਾ ਹੈ ਕਿ ਪੌਦੇ ਪ੍ਰਕਾਸ਼, ਸ਼ੋਰ ਅਤੇ ਖਾਦਾਂ ਵਰਗੀਆਂ ਚੀਜ਼ਾਂ ਦੇ ਪ੍ਰਤੀ ਕਿਹੋ ਜਿਹੀ ਪ੍ਰਤੀਕਿਰਿਆ ਕਰਦੇ ਹਨ। ਇਹ ਦਿਖਾ ਸਕਦਾ ਹੈ ਕਿ ਪੌਦੇ ਮਾਨਵ ਜੀਵਾਂ ਦੀ ਤਰ੍ਹਾਂ ਹੀ ਮਹਿਸੂਸ ਕਰਦੇ ਹਨ। ਜਗਦੀਸ਼ ਚੰਦਰ ਬੋਸ ਕੰਟਰੀਬਿਊਸ਼ਨ ਟੂ ਸਾਇੰਸ, ਉਹਨਾਂ ਦਾ ਵਿਗਿਆਨ ਦੇ ਖੇਤਰ ਵਿੱਚ ਕੀ ਯੋਗਦਾਨ ਸੀ? J.C. Bose was a great scientist. He was interested in animal and plant life. He proved that all living things and lifeless objects behaved in the same way. He invented a wonderful instrument. It was called crescograph. With this instrument, he proved that plants can feel like human beings. J.C. ਬੋਸ ਇੱਕ ਮਹਾਨ ਵਿਗਿਆਨਕ ਸੀ। ਉਹ ਪਸ਼ੂ ਅਤੇ ਬਨਸਪਤੀ ਯਾਨੀ ਪੇੜ ਪੌਦਿਆਂ ਵਿੱਚ ਬਹੁਤ ਇੰਟਰਸਟ ਰੱਖਦਾ ਸੀ। ਉਸਨੇ ਸਿੱਧ ਕਰਤਾ ਸੀ ਵੀ ਜੀਵ ਅਤੇ ਨਿਰਜੀਵ ਚੀਜ਼ਾਂ ਇੱਕੋ ਤਰ੍ਹਾਂ ਦਾ ਵਿਵਹਾਰ ਕਰਦੀਆਂ ਹਨ। ਉਹਨੇ ਇੱਕ ਅਦਭੁਤ ਯੰਤਰ ਦੀ ਖੋਜ ਕੀਤੀ ਜਿਹਦਾ ਨਾਂ ਸੀ ਕ੍ਰੈਸਕੋਗ੍ਰਾਫ, ਜਿਹਦੇ ਨਾਲ ਪੌਦਿਆਂ ਦੇ ਵਾਧੇ ਨੂੰ ਮਾਪ ਸਕਦਾ ਸੀ। ਅਤੇ ਇਹ ਵੀ ਉਹਨੇ ਦੱਸਿਆ ਕਿ ਉਹਨਾਂ ਦੇ ਵੀ ਦਿਲ ਹੁੰਦੇ ਹੈ ਅਤੇ ਉਹ ਜਿਹੜੇ ਮਹਿਸੂਸ ਕਰਦੇ ਆ। J.C. Bose love for his country. ਜਗਦੀਸ਼ ਚੰਦਰ ਬੋਸ ਵਾਜ ਅ ਗ੍ਰੇਟ ਪੈਟਰੀਓਟ। ਉਹ ਬਹੁਤ ਮਹਾਨ ਦੇਸ਼ ਭਗਤ ਸੀ। He was proud of his country. He was proud of India's great past. And he had faith in the present generation also. He had faith in the intelligence of his countrymen. He was certain that they could do things as their ancestors had done in the past. ਬੋਸ ਇੱਕ ਮਹਾਨ ਦੇਸ਼ ਭਗਤ ਸੀ। ਉਸ ਨੂੰ ਆਪਣੇ ਦੇਸ਼ 'ਤੇ ਮਾਣ ਸੀ। ਉਸ ਨੂੰ ਭਾਰਤ ਦੇ ਮਹਾਨ ਅਤੀਤ ਯਾਨੀ ਬੀਤੀਆਂ ਗੱਲਾਂ 'ਤੇ ਬੜਾ ਮਾਣ ਸੀ ਅਤੇ ਉਸ ਨੂੰ ਵਰਤਮਾਨ ਪੀੜ੍ਹੀ 'ਤੇ ਵੀ ਵਿਸ਼ਵਾਸ ਸੀ। ਯਾਨੀ ਵਰਤਮਾਨ ਪੀੜ੍ਹੀ ਯਾਨੀ ਹੁਣ ਦੇ ਜਿਹੜੇ ਨੌਜਵਾਨ ਲੋਕ ਆ ਉਹਨੂੰ ਵਰਤਮਾਨ ਪੀੜ੍ਹੀ ਕਿਹਾ ਗਿਆ। ਉਸ ਨੂੰ ਆਪਣੇ ਦੇਸ਼ ਵਾਸੀਆਂ ਦੀ ਯੋਗਤਾ 'ਤੇ ਵਿਸ਼ਵਾਸ ਸੀ। ਉਸ ਨੂੰ ਵਿਸ਼ਵਾਸ ਸੀ ਕਿ ਉਹ ਮਹਾਨ ਕੰਮ ਕਰ ਸਕਦੇ ਹਨ ਜਿਸ ਤਰ੍ਹਾਂ ਕਿ ਉਹਨਾਂ ਦੇ ਪੂਰਵਜ ਅਤੀਤ ਵਿੱਚ ਕਰਿਆ ਕਰਦੇ ਨੇ। ਪੂਰਵਜ ਸਾਡੇ ਪੁਰਖੇ, ਦਾਦੇ ਪੜਦਾਦੇ, ਉਸ ਤੋਂ ਪਿੱਛੇ ਉਹਨੂੰ ਅਸੀਂ ਪੂਰਵਜ ਕਹਿੰਦੇ ਹਾਂ। ਇਸ ਤਰ੍ਹਾਂ ਉਹ ਦੇਸ਼ ਦੇ ਲੋਕਾਂ ਨਾਲ ਬਹੁਤ ਪਿਆਰ ਕਰਦਾ ਸੀ। ਸੋ ਇਹ 9ਵੀਂ ਕਲਾਸ ਦਾ ਲੈਸਨ ਦੇ ਕੁਐਸਚਨ ਆਨਸਰ ਹੈ। ਬੱਚਿਓ ਆਪਣੀ ਕਾਪੀ 'ਤੇ ਨੋਟ ਕਰ ਲਿਓ ਅਤੇ ਸਮਝ ਲਿਓ ਅਤੇ ਯਾਦ ਕਰ ਲਿਓ। ਥੈਂਕਸ।